ਹੈਲੋ ਦੋਸਤੋ, ਗੁਰੂ ਸਟੱਡੀ ਪੁਆਇੰਟ 'ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਦੋਸਤੋ, ਪੰਜਾਬ ਦੇ ਵਿੱਚ ਨਿਕਲੀਆਂ ਹੋਈਆਂ ਹਰ ਤਰ੍ਹਾਂ ਦੀਆਂ ਪੋਸਟਾਂ ਜਿਵੇਂ ਕਿ ਜੇਲ੍ਹ ਵਾਰਡਨ, ਪੰਜਾਬ ਪੁਲਿਸ, ਪੰਜਾਬ ਪਟਵਾਰੀ, ਐਨਟੀਟੀ ਪ੍ਰੀ ਪ੍ਰਾਇਮਰੀ ਦੀਆਂ ਜੋ 83-93 ਪੋਸਟਾਂ ਨਿਕਲੀਆਂ ਨੇ, ਇਹਨਾਂ ਸਾਰੀਆਂ ਪੋਸਟਾਂ ਦੇ ਵਿੱਚ ਇਹਨਾਂ ਦੇ ਸਿਲੇਬਸ ਦੇ ਵਿੱਚ ਜੋ ਜੀਕੇ ਦਾ ਪੋਰਸ਼ਨ ਹੈ, ਉਸ ਪੋਰਸ਼ਨ ਦੀ ਆਪਾਂ ਵਧੀਆ ਤਰੀਕੇ ਨਾਲ ਤਿਆਰੀ ਕਰਾਉਣ ਦੇ ਲਈ ਤੁਹਾਡੇ ਲਈ ਲੈ ਕੇ ਆ ਰਹੇ ਹਾਂ 1500 ਵਨ ਲਾਈਨਰ ਕੁਐਸਚਨ ਦੀ ਲੜੀ, ਜਿਹਦਾ ਆਪਾਂ ਅਗਲਾ ਸੈੱਟ ਅੱਜ ਕਰਾਂਗੇ। ਹਰ ਸੈੱਟ ਦੇ ਵਿੱਚ 50 ਪ੍ਰਸ਼ਨ ਆਪਾਂ ਤੁਹਾਨੂੰ ਕਰਾਉਣੇ ਆ, ਨਾਲ ਹੋਰ ਪ੍ਰਸ਼ਨ ਵੀ ਦੱਸਦੇ ਹਾਂ। ਇਹ ਲਗਭਗ 100-120 ਪ੍ਰਸ਼ਨਾਂ ਦੇ ਨੇੜੇ ਤੇੜ ਹੋ ਜਾਂਦੇ ਨੇ। ਸੋ ਸਾਡੇ ਇਸ ਚੈਨਲ ਨਾਲ ਜੁੜੇ ਰਹਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਚੈਨਲ ਦਾ ਬੈਲ ਆਈਕਨ ਜ਼ਰੂਰ ਦਬਾ ਲਿਓ ਤਾਂ ਜੋ ਆਪਣੀ ਆਪਾਂ ਕੋਈ ਵੀ ਨਵੀਂ ਵੀਡੀਓ ਜਿਹੜੀ ਚੈਨਲ 'ਤੇ ਪਾਉਣੇ ਆ ਉਹ ਤੁਹਾਡੇ ਲਈ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਸੋ ਦੋਸਤੋ, ਆਪਣੇ ਚੈਨਲ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਦੋਸਤਾਂ ਮਿੱਤਰਾਂ ਤੱਕ ਤਾਂ ਜੋ ਇਸ ਵੀਡੀਓ ਦਾ ਇਹਨਾਂ ਪ੍ਰਸ਼ਨਾਂ ਦਾ ਲਾਹਾ ਲੈ ਸਕਣ। ਸੋ ਦੋਸਤੋ, ਵੀਡੀਓ ਨੂੰ ਅੰਤ ਤੱਕ ਵੀ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਤੁਹਾਨੂੰ ਕਿੰਨੇ ਪ੍ਰਸ਼ਨ ਆਉਂਦੇ ਸੀ, ਤੁਹਾਡੀ ਤਿਆਰੀ ਵਧੀਆ ਹੋ ਜੇ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ, ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵੱਧਦਾ ਹੈ। ਸੋ ਸ਼ੁਰੂ ਕਰਦੇ ਹਾਂ ਆਪਾਂ ਜੀਕੇ ਦੇ ਵਨ ਲਾਈਨਰ ਕੁਐਸਚਨ ਦਾ ਅੱਜ ਦਾ ਸੈੱਟ। ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? ਸੋ ਦੋਸਤੋ, ਜਿਹੜੇ ਡਾਕਟਰ ਰਜਿੰਦਰ ਪ੍ਰਸਾਦ ਜੀ ਨੇ ਇਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਨੇ। ਇਹਨਾਂ ਦੀ ਜਿਹੜੀ ਚੋਣ ਸੀਗੀ 24 ਜਨਵਰੀ 1950 ਦੇ ਵਿੱਚ ਹੋਈ ਸੀ। 24 ਜਨਵਰੀ 1950 ਨੂੰ ਹੀ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਹੋਈ ਸੀ। ਇਸੇ ਦਿਨ ਹੀ ਆਪਣਾ ਰਾਸ਼ਟਰੀ ਗੀਤ ਚੁਣਿਆ ਗਿਆ, ਰਾਸ਼ਟਰੀ ਗੀਤ ਅਪਣਾਇਆ ਗਿਆ ਸੀ। 24 ਜਨਵਰੀ ਦੇ ਦਿਨ 1950 ਨੂੰ ਹੀ ਆਪਣਾ ਜਿਹੜਾ ਰਾਸ਼ਟਰੀ ਗੀਤ ਸੀਗਾ ਉਹ ਅਪਣਾਇਆ ਗਿਆ ਸੀ ਜੀ ਸੰਵਿਧਾਨ ਸਭਾ ਵੱਲੋਂ, ਜੋ ਕਿ 52 ਸੈਕਿੰਡ ਦੇ ਵਿੱਚ ਗਾਇਆ ਜਾਂਦਾ ਹੈ। ਰਾਸ਼ਟਰੀ ਗੀਤ ਹੈ ਜਿਹੜਾ ਆਪਣਾ। ਅਗਲਾ ਪ੍ਰਸ਼ਨ ਕਰਦੇ ਹਾਂ, ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਕਦੋਂ ਸਵੀਕਾਰ ਕੀਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ। ਸੋ ਦੋਸਤੋ, ਨਾਲ ਇਹ ਵੀ ਮੈਂ ਤੁਹਾਨੂੰ ਦੱਸਦਾ ਵੀ ਅੱਜ ਦੇ ਜਿਹੜੇ ਸਾਰੇ ਪ੍ਰਸ਼ਨ ਨੇ ਲਗਭਗ ਇਹ ਆਪਣੇ ਸੰਵਿਧਾਨ ਨਾਲ ਸੰਬੰਧਿਤ ਨੇ, ਕਿਉਂਕਿ ਜੀਕੇ ਦੇ ਪੋਰਸ਼ਨ ਦੇ ਵਿੱਚ ਸੰਵਿਧਾਨ ਨਾਲ ਸੰਬੰਧਿਤ ਪ੍ਰਸ਼ਨ ਜ਼ਰੂਰ ਆਉਂਦੇ ਨੇ। ਸੋ ਆਪਾਂ ਲਗਭਗ ਸਾਰੇ ਸੰਵਿਧਾਨ ਦੇ 94 ਪ੍ਰਸ਼ਨ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡਾ ਕਦੋਂ ਸਵੀਕਾਰ ਕੀਤਾ ਗਿਆ? ਇਹ 22 ਜੁਲਾਈ 1947 ਨੂੰ ਸਵੀਕਾਰ ਕੀਤਾ ਗਿਆ ਸੀ। ਰਾਸ਼ਟਰੀ ਝੰਡੇ ਦੇ ਵਿੱਚ 3 ਰੰਗ ਨੇ ਜੀ। ਰਾਸ਼ਟਰੀ ਝੰਡੇ ਦੇ ਵਿੱਚ 3 ਰੰਗ ਹਨ, ਕੇਸਰੀ, ਚਿੱਟਾ ਅਤੇ ਹਰਾ। ਸੋ ਇਹਦੇ ਵਿੱਚ ਇੱਕ ਚੱਕਰ ਹੈ ਜੀ ਰਾਸ਼ਟਰੀ ਝੰਡੇ ਦੇ ਵਿੱਚ, ਜਿਹਦੇ ਵਿੱਚ ਜਿਹੜੀਆਂ ਨੇਗੀਆਂ 24 ਲਾਈਨਾਂ ਖਿੱਚੀਆਂ ਹੋਈਆਂ ਨੇ, ਰੇਖਾਵਾਂ ਨੇ 24। ਜਿਹੜਾ ਇਹਦਾ ਰੰਗ ਹੈ ਜੀ ਚੱਕਰ ਦਾ, ਇਹ ਨੇਵੀ ਬਲੂ ਹੈਗਾ, ਯਾਦ ਰੱਖਣਾ ਸਾਰਿਆਂ ਨੇ। ਜਿਹੜਾ ਝੰਡੇ ਦੇ ਵਿੱਚ ਚੱਕਰ ਹੈ ਉਹਦਾ ਰੰਗ ਹੈ, ਜਿਹੜਾ ਉਹਦੀਆਂ ਲਾਈਨਾਂ ਦਾ ਰੰਗ ਹੈ, ਚੱਕਰ ਬਣਨ ਦਾ ਰੰਗ ਹੈ ਜਿਹੜਾ ਉਹ ਨੇਵੀ ਬਲੂ ਹੈ। 24 ਇਹ ਲਾਈਨਾਂ ਨੇਗੀਆਂ। ਪ੍ਰਸ਼ਨ ਨੰਬਰ 3, ਸੰਵਿਧਾਨ ਵਿੱਚ ਮੂਲ ਕਰਤੱਵ ਕਿਸ ਦੇਸ਼ ਤੋਂ ਲਏ ਗਏ ਹਨ? ਸੋ ਇਹ ਸੋਵੀਅਤ ਸੰਘ ਰੂਸ ਤੋਂ ਲਏ ਗਏ ਨੇ ਜੀ। ਜਿਹੜੇ ਮੂਲ ਕਰਤੱਵ ਨੇ, ਮੌਲਿਕ ਕਰਤੱਵ ਕਹਿ ਦਿੰਦੇ ਨੇ ਜਿਨ੍ਹਾਂ ਨੂੰ ਸੰਵਿਧਾਨ ਦੇ ਵਿੱਚ। ਰੂਸ ਦੇ ਵਿੱਚੋਂ ਜੇ ਅੱਗੇ ਹੋਰ ਕਰੀਏ 5 ਸਾਲਾ ਯੋਜਨਾਵਾਂ ਸੀ ਜਿਹੜੀਆਂ ਉਹ ਵੀ ਲਈਆਂ ਗਈਆਂ ਸੀਗੀਆਂ। 5 ਸਾਲਾ ਯੋਜਨਾਵਾਂ ਇਹ ਵੀ ਰੂਸ ਤੋਂ ਲਈਆਂ ਗਈਆਂ ਨੇਗੀਆਂ, ਆਪਣੇ ਸੰਵਿਧਾਨ ਦੇ ਵਿੱਚ ਦਰਜ ਕੀਤੀਆਂ। ਅਗਲਾ ਪ੍ਰਸ਼ਨ ਦੇਖਦੇ ਹਾਂ, ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਨੇ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇਹ। ਮੌਲਿਕ ਅਧਿਕਾਰ ਨੇ ਜਿਹੜੇ ਉਹ ਸੰਯੁਕਤ ਰਾਜ ਅਮਰੀਕਾ ਤੋਂ ਲਏ ਗਏ ਨੇ ਜੀ। ਮੌਲਿਕ ਅਧਿਕਾਰ ਦੇ ਨਾਲ ਨਾਲ ਅਮਰੀਕਾ ਤੋਂ ਜਿਹੜੇ ਲਏ ਗਏ ਨੇ ਉਹ ਪ੍ਰਸਤਾਵਨਾ ਵੀ ਲਈ ਗਈ ਹੈ। ਆਪਣੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈਗੀ ਉਹ ਵੀ ਅਮਰੀਕਾ ਤੋਂ ਲਈ ਗਈ ਹੈ। ਜਿਹੜੀ ਆਜ਼ਾਦ ਨਿਆਂਪਾਲਕ ਹੈ ਜੀ ਉਹ ਵੀ ਅਮਰੀਕਾ ਤੋਂ ਲਈ ਗਈ ਹੈ, ਯਾਦ ਰੱਖਣਾ ਸਾਰਿਆਂ ਨੇ। ਆਜ਼ਾਦ ਨਿਆਂਪਾਲਿਕਾ, ਨਿਆਂਕ ਪੁਨਰ ਨਿਰੀਖਣ ਉਹਦੀ ਵਿਧੀ ਵੀ ਹੈ ਜਿਹੜੀ ਉਹ ਅਮਰੀਕਾ ਤੋਂ ਲਈ ਗਈ ਹੈ। ਸੋ ਇਹ ਸਾਰੀਆਂ ਚੀਜ਼ਾਂ ਅਮਰੀਕਾ ਦੇ ਸੰਵਿਧਾਨ ਤੋਂ ਲੈ ਕੇ ਆਪਣੇ ਸੰਵਿਧਾਨ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਪ੍ਰਸ਼ਨ ਨੰਬਰ 5 ਦੇਖਦੇ ਹਾਂ ਜੀ, ਸੰਸਦੀ ਸ਼ਾਸਨ ਪ੍ਰਣਾਲੀ ਅਤੇ ਇਕਹਿਰੀ ਨਾਗਰਿਕਤਾ ਕਿਸ ਦੇਸ਼ ਤੋਂ ਲਈ ਗਈ? ਇਹ ਬ੍ਰਿਟਿਸ਼ ਦੇ ਸੰਵਿਧਾਨ ਤੋਂ ਲਈ ਗਈ ਜੀ, ਯੂਕੇ ਤੋਂ।
ਯੂਕੇ ਦੇ ਸੰਵਿਧਾਨ ਤੋਂ ਲਈ ਗਈ ਹੈ ਇਹ ਜਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਹੈ, ਤੇ ਇਕਹਿਰੀ ਨਾਗਰਿਕਤਾ। ਸੋ ਜਿਹੜੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਉਹ ਵੀ ਇੱਥੋਂ ਯੂਕੇ ਤੋਂ ਲਈ ਗਈ ਹੈ ਜੀ। ਕਾਨੂੰਨ ਕਿਵੇਂ ਬਣਾਉਣਾ ਹੈ, ਕਾਨੂੰਨ ਬਣਾਉਣ ਦੀ ਪ੍ਰਕਿਰਿਆ ਇਹ ਵੀ ਯੂਕੇ ਦੇ ਸੰਵਿਧਾਨ ਤੋਂ ਹੀ ਲਈ ਗਈ ਆ। ਪ੍ਰਸ਼ਨ ਨੰਬਰ 6 ਦੇਖਦੇ ਹਾਂ। ਸਰਕਾਰ ਦੀ ਸੰਘੀ ਵਿਵਸਥਾ ਕੇਂਦਰ ਅਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ? ਜੋ ਆਪਣੇ ਸੰਵਿਧਾਨ ਦੇ ਵਿੱਚ ਸਰਕਾਰ ਦੀਆਂ ਸੰਘੀ ਵਿਵਸਥਾ ਜਾਂ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਹੋਈ ਹੈ, ਵੀ ਕਿੰਨੀਆਂ ਸ਼ਕਤੀਆਂ ਕੇਂਦਰ ਕੋਲੇ ਹੋਣਗੀਆਂ, ਕਿਹੜੀਆਂ ਸ਼ਕਤੀਆਂ ਰਾਜਾਂ ਕੋਲੇ ਹੋਣਗੀਆਂ, ਇਹਨਾਂ ਦੀ ਵੰਡ ਹੈ ਜਿਹੜੀ ਉਹ ਕੈਨੇਡਾ ਦੇ ਸੰਵਿਧਾਨ ਤੋਂ ਲਈ ਗਈ ਹੈ ਜੀ। ਕੈਨੇਡਾ ਦੇ ਸੰਵਿਧਾਨ ਤੋਂ ਆਪਾਂ ਹੋਰ ਵੀ ਬਹੁਤ ਕੁਝ ਲਿਆ ਹੈ, ਜਿਵੇਂ ਰਾਜਪਾਲ ਦੀਆਂ ਸ਼ਕਤੀਆਂ, ਜਿਹੜਾ ਆਪਣਾ ਰਾਜਪਾਲ ਹੁੰਦਾ ਹੈ ਰਾਜ ਦੇ ਵਿੱਚ, ਇਹਦੀਆਂ ਜਿਹੜੀਆਂ ਸ਼ਕਤੀਆਂ ਨੇਗੀਆਂ ਇਹ ਵੀ ਕੈਨੇਡਾ ਦੇ ਸੰਵਿਧਾਨ ਤੋਂ ਲਈਆਂ ਗਈਆਂ ਨੇਗੀਆਂ। ਜਿਵੇਂ ਰਾਸ਼ਟਰਪਤੀ ਨਿਆਂਪਾਲਿਕਾ ਦੀ ਸਲਾਹ ਲੈਂਦਾ ਕਿਸੇ ਵੀ ਕਾਨੂੰਨ ਦੇ ਬਾਰੇ 'ਚ, ਉਹ ਵੀ ਆਪਾਂ ਕੈਨੇਡਾ ਦੇ ਸੰਵਿਧਾਨ ਤੋਂ ਲਿਆ। ਜਦੋਂ ਕਿਸੇ ਵੀ ਨਵੇਂ ਬਣੇ ਕਾਨੂੰਨ ਦੇ ਉੱਤੇ ਰਾਸ਼ਟਰਪਤੀ ਨੇ ਸਾਈਨ ਕਰਨੇ ਹੁੰਦੇ ਨੇ, ਸਾਈਨ ਕਰਨ ਤੋਂ ਪਹਿਲਾਂ ਉਹ ਨਿਆਂਪਾਲਿਕਾ ਦੀ ਸਲਾਹ ਲੈ ਸਕਦਾ ਹੈ। ਇਹ ਸਾਰੀ ਜਿਹੜੀਆਂ ਵਿਧੀਆਂ ਨੇਗੀਆਂ ਇਹ ਕੈਨੇਡਾ ਦੇ ਸੰਵਿਧਾਨ ਤੋਂ ਲਈਆਂ ਗਈਆਂ। ਅਗਲਾ ਪ੍ਰਸ਼ਨ ਦੇਖਦੇ ਹਾਂ। ਪ੍ਰਸ਼ਨ ਨੰਬਰ 7, ਸੰਵਿਧਾਨ ਨੂੰ ਕਦੋਂ ਸਵੀਕਾਰ ਕੀਤਾ ਗਿਆ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। 26 ਨਵੰਬਰ 1949 ਨੂੰ ਸੰਵਿਧਾਨ ਨੂੰ ਸਵੀਕਾਰ ਕਰ ਲਿਆ ਗਿਆ ਸੀਗਾ। ਅਗਲਾ ਪ੍ਰਸ਼ਨ ਦੇਖਦੇ ਹਾਂ। ਸੰਵਿਧਾਨ ਸਭਾ ਦੇ ਖਰੜੇ 'ਤੇ ਕਿੰਨੇ ਮੈਂਬਰਾਂ ਨੇ ਹਸਤਾਖਰ ਕੀਤੇ ਜੀ? ਇਹ 284 ਮੈਂਬਰਾਂ ਨੇ ਹਸਤਾਖਰ ਕੀਤੇ ਸੀ ਜੀ। ਕੁੱਲ ਮੈਂਬਰ ਸੀ ਜੀ ਉਹ 399 ਸੀਗੇ, ਜਿਹਦੇ ਵਿੱਚੋਂ 284 ਮੈਂਬਰਾਂ ਨੇ ਸੰਵਿਧਾਨ ਸਭਾ ਦਾ ਜਿਹੜਾ ਖਰੜਾ ਤਿਆਰ ਕੀਤਾ ਸੀ ਉਹ 'ਤੇ ਸਾਈਨ ਕਰ ਦਿੱਤੇ ਸੀ। ਪ੍ਰਸ਼ਨ ਨੰਬਰ 9, ਮੁੱਢਲੇ ਸੰਵਿਧਾਨ ਵਿੱਚ ਕਿੰਨੇ ਭਾਗ, ਆਰਟੀਕਲ ਅਤੇ ਅਨੁਸੂਚੀਆਂ ਹਨ? ਜਿਹੜਾ ਸੰਵਿਧਾਨ 26 ਨਵੰਬਰ 1949 ਨੂੰ ਜਿਹੜਾ ਮਤਲਬ ਪ੍ਰਵਾਨ ਕਰ ਲਿਆ ਸੀ, ਉਹਦੇ ਵਿੱਚ ਕਿੰਨੇ ਭਾਗ ਸੀਗੇ, ਕਿੰਨੇ ਆਰਟੀਕਲ ਸੀ ਅਤੇ ਕਿੰਨੀਆਂ ਅਨੁਸੂਚੀਆਂ ਸੀ? ਸੋ ਇਹ ਸੀਗੇ ਜੀ 22 ਭਾਗ ਉਸ ਸਮੇਂ, 395 ਆਰਟੀਕਲ, 8 ਅਨੁਸੂਚੀਆਂ। ਜੇਕਰ ਹੁਣ ਦੇਖਿਆ ਜਾਵੇ, ਹੁਣ ਇਹਦੇ ਵਿੱਚ 25 ਭਾਗ ਨੇ ਜੀ, 448 ਆਰਟੀਕਲ ਨੇ ਅਤੇ 12 ਅਨੁਸੂਚੀਆਂ ਨੇ। ਅਗਲਾ ਪ੍ਰਸ਼ਨ ਦੇਖਦੇ ਹਾਂ। 10ਵਾਂ ਪ੍ਰਸ਼ਨ ਦੇਖਦੇ ਹਾਂ। ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਕਦੋਂ ਹੋਈ? ਸੋ ਪਹਿਲਾਂ ਵੀ ਦੱਸ ਚੁੱਕੇ ਹਾਂ ਆਪਾਂ, 24 ਜਨਵਰੀ 1950 ਨੂੰ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਰਾਸ਼ਟਰਪਤੀ ਚੁਣਿਆ ਗਿਆ ਸੀਗਾ। 24 ਜਨਵਰੀ 1950 ਨੂੰ ਆਖਰੀ ਮੀਟਿੰਗ ਹੋਈ ਸੀ ਇਸ ਦਿਨ। ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤ ਅਤੇ ਰਾਸ਼ਟਰਪਤੀ ਦੀ ਚੋਣ ਵਿਧੀ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰਾਪਤ ਕੀਤੇ ਗਏ ਜੀ? ਇਹ ਆਇਰਲੈਂਡ ਤੋਂ ਪ੍ਰਾਪਤ ਕੀਤੇ ਗਏ ਸੀ ਜੀ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਅਤੇ ਰਾਸ਼ਟਰਪਤੀ ਦੀ ਚੋਣ ਵਿਧੀ, ਇਹਨੂੰ ਆਇਰਿਸ ਵੀ ਕਹਿ ਦਿੰਦੇ ਆਇਰਲੈਂਡ ਨੂੰ। 12ਵਾਂ ਪ੍ਰਸ਼ਨ ਦੇਖਦੇ ਹਾਂ ਜੀ। ਸੰਵਿਧਾਨ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਜਦੋਂ ਅਸੀਂ ਆਪਣੇ ਸੰਵਿਧਾਨ 'ਚ ਕੋਈ ਸੋਧ ਕਰਨੀ ਹੈ, ਜਿਹੜੀ ਉਹਦੀ ਵਿਧੀ ਆ ਉਹ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਲਈ ਗਈ ਹੈ ਜੀ। ਇਹ ਜਿਹੜੀਆਂ ਸੋਧ ਨਾਲ ਸੰਬੰਧਿਤ ਆਰਟੀਕਲ ਹੈ ਉਹ 368 ਆਰਟੀਕਲ ਦੇ ਅਕੋਰਡਿੰਗ ਹੀ ਜਿਹੜੀਆਂ ਸੰਵਿਧਾਨਕ ਸੋਧਾਂ ਹੁੰਦੀਆਂ ਨੇ ਜੀ। ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ? ਇਹ ਰਾਸ਼ਟਰਪਤੀ ਕਰਦਾ ਜੀ। ਮੁੱਖ ਚੋਣ ਕਮਿਸ਼ਨਰ ਜਿਹੜੇ ਮੁੱਖ ਚੋਣ ਕਮਿਸ਼ਨਰ ਉਹਨੇ ਸੁਸ਼ੀਲ ਚੰਦਰਾ, ਯਾਦ ਰੱਖਣਾ ਸਾਰਿਆਂ ਨੇ, ਸੁਸ਼ੀਲ ਚੰਦਰਾ ਜੀ ਨੇ ਹੁਣ ਮੁੱਖ ਚੋਣ ਕਮਿਸ਼ਨਰ। ਜਿਹੜੇ ਮੁੱਖ ਚੋਣ ਕਮਿਸ਼ਨਰ ਦੇ ਨਾਲ ਹੋਰ 2 ਮੈਂਬਰ ਹੁੰਦੇ ਆ, ਉਹਨਾਂ ਦੀ ਚੋਣ ਹੈ ਜਿਹੜੀ ਉਹ ਰਾਸ਼ਟਰਪਤੀ ਅਤੇ ਮੁੱਖ ਚੋਣ ਕਮਿਸ਼ਨਰ ਦੋਨੇ ਰਲ ਕੇ ਕਰਦੇ ਨੇ ਜੀ। ਸੁਤੰਤਰ ਭਾਰਤ ਦੀ ਪਹਿਲੀ ਰਾਜ ਸਭਾ ਦਾ ਪ੍ਰਧਾਨ ਕੌਣ ਸੀ? ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਡਾਕਟਰ ਐਸ ਰਾਧਾ ਕ੍ਰਿਸ਼ਨਨ ਜਿਹੜੇ ਪਹਿਲੇ ਉਪ ਰਾਸ਼ਟਰਪਤੀ ਸੀ, ਉਹ ਪਹਿਲੀ ਰਾਜ ਸਭਾ ਦੇ ਪ੍ਰਧਾਨ ਸੀਗੇ, ਕਿਉਂਕਿ ਜਿਹੜਾ ਰਾਜ ਸਭਾ ਦਾ ਪ੍ਰਧਾਨ ਹੁੰਦਾ ਜਾਂ ਚੇਅਰਮੈਨ ਹੁੰਦਾ ਉਹ ਉਪ ਰਾਸ਼ਟਰਪਤੀ ਹੀ ਹੁੰਦਾ ਹੈ। ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸ਼ਾਸਕ ਕੌਣ ਹੁੰਦਾ ਜੀ? ਇਹ ਰਾਸ਼ਟਰਪਤੀ ਹੁੰਦਾ ਜੀ। ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਜਿਹੜਾ ਸ਼ਾਸਕ ਹੈ। ਪ੍ਰਸ਼ਨ ਨੰਬਰ 16 ਕਰਦੇ ਹਾਂ ਜੀ। ਜੇਕਰ ਭਾਰਤ ਦਾ ਰਾਸ਼ਟਰਪਤੀ ਆਪਣਾ ਅਹੁਦਾ ਛੱਡਣਾ ਚਾਹੇ ਤਾਂ ਉਹ ਆਪਣਾ ਅਸਤੀਫਾ ਕਿਸ ਨੂੰ ਭੇਜੇਗਾ?
ਉਪ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਭੇਜਣਾ ਪਊਗਾ ਜੀ ਰਾਸ਼ਟਰਪਤੀ ਨੂੰ, ਜੇ ਉਹਨੇ ਆਪਣਾ ਅਹੁਦਾ ਛੱਡਣਾ ਤਾਂ। ਪ੍ਰਸ਼ਨ ਨੰਬਰ 17 ਜੀ, ਸਰਕਾਰੀ ਆਯੋਗ ਕਿਸ ਨਾਲ ਸੰਬੰਧਿਤ ਸੀ? ਇਹ ਸੀ ਜੀ ਕੇਂਦਰ ਰਾਜਾਂ ਨਾਲ ਸੰਬੰਧ ਸੀ ਇਹਦਾ ਸਰਕਾਰੀ ਆਯੋਗ ਦਾ। ਪ੍ਰਸ਼ਨ ਨੰਬਰ 18, ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਸੋ ਇਹ ਹੋਣੀ ਚਾਹੀਦੀ ਹੈ ਜੀ 25 ਸਾਲ। ਪ੍ਰਸ਼ਨ ਨੰਬਰ 19, ਭਾਰਤੀ ਸੰਵਿਧਾਨ ਕਿਸ ਪ੍ਰਕਾਰ ਦੀ ਨਾਗਰਿਕਤਾ ਪ੍ਰਦਾਨ ਕਰਦਾ ਜੀ? ਇਹ ਇਕਹਿਰੀ ਨਾਗਰਿਕਤਾ ਪ੍ਰਦਾਨ ਕਰਦਾ ਜੀ ਭਾਰਤੀ ਸੰਵਿਧਾਨ ਆ ਜਿਹੜਾ, ਮਤਲਬ ਕੇਂਦਰ ਤੇ ਰਾਜਾਂ ਦੇ ਵਿੱਚ ਹਰੇਕ ਨਾਗਰਿਕ ਨੂੰ ਅਲੱਗ-ਅਲੱਗ ਨਾਗਰਿਕਤਾ ਨਹੀਂ ਹੁੰਦੀ, ਸਿਰਫ ਇੱਕ ਨਾਗਰਿਕਤਾ ਹੀ ਹੁੰਦੀ ਹੈ, ਚਾਹੇ ਉਹ ਰਾਜ 'ਚ ਹੋਵੇ ਚਾਹੇ ਉਹ ਕੇਂਦਰ ਦੇ ਵੱਲੋਂ ਹੋਵੇ। ਅਗਲਾ ਪ੍ਰਸ਼ਨ ਕਰਦੇ ਹਾਂ, ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਇਹ ਹੋਣੀ ਚਾਹੀਦੀ ਹੈ ਜੀ 35 ਸਾਲ। ਭਾਰਤ ਦਾ ਰਾਸ਼ਟਰਪਤੀ ਬਣਨ ਲਈ ਜਿਹੜੀ ਉਮਰ ਹੈ ਉਹ 35 ਸਾਲ ਹੋਣੀ ਚਾਹੀਦੀ ਹੈ। ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਦੋਂ ਕੀਤੀ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਪਹਿਲੀ ਸੋਧ 1951 ਦੇ ਵਿੱਚ ਹੋਈ। ਸੋ ਜਿਹੜੀ ਅਨੁਸੂਚੀਆਂ ਦੇ ਵਿੱਚ 9ਵੀਂ ਅਨੁਸੂਚੀ ਜੋੜੀ ਗਈ ਸੀ ਲੈਂਡ ਰਿਫੋਰਮ ਦੇ ਨਾਲ ਸੰਬੰਧਿਤ, ਉਹ ਪਹਿਲੀ ਸੋਧ ਦੇ ਅਨੁਸਾਰ ਹੀ ਜੋੜੀ ਗਈ ਸੀ। 22 ਨੰਬਰ ਪ੍ਰਸ਼ਨ, ਭਾਰਤ ਵਿੱਚ ਕਿੰਨੀਆਂ ਉੱਚ ਅਦਾਲਤਾਂ ਹਨ? ਇਹ ਹਨ ਜੀ 25। ਭਾਰਤ ਵਿੱਚ 25 ਉੱਚ ਅਦਾਲਤਾਂ ਨੇ ਜੀ। 23 ਨੰਬਰ ਪ੍ਰਸ਼ਨ, ਰਾਜ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਕੋਈ ਨਹੀਂ ਇਹਨੂੰ ਭੰਗ ਕਰ ਸਕਦਾ ਕਿਉਂਕਿ ਇਹ ਸਥਾਈ ਸਾਧਨ ਹੈ ਜੀ, ਰਾਜ ਸਭਾ ਨੂੰ ਕੋਈ ਭੰਗ ਨਹੀਂ ਕਰ ਸਕਦਾ। 24 ਨੰਬਰ ਪ੍ਰਸ਼ਨ ਦੇਖਦੇ ਹਾਂ, 1956 ਈਸਵੀ ਵਿੱਚ ਪੰਚਾਇਤੀ ਰਾਜ ਕਿਹੜੇ ਦੋ ਰਾਜਾਂ ਵਿੱਚ ਸਭ ਤੋਂ ਪਹਿਲਾਂ ਲਾਗੂ ਕੀਤਾ ਗਿਆ? ਸੋ ਦੋਸਤੋ ਇਹ 1959 ਹੋ ਸਕਦਾ ਹੈਗਾ, ਉਰੇ 1959, ਕਿਉਂਕਿ ਪੰਚਾਇਤੀ ਰਾਜ ਦੇ ਜਿਹੜੇ ਪਹਿਲੇ ਰਾਜਾਂ ਵਿੱਚ, ਜਿਵੇਂ ਰਾਜਸਥਾਨ ਇਹਦਾ ਉੱਤਰ ਹੈ ਜੀ, ਇਹ 1959 ਦੇ ਵਿੱਚ ਹੀ ਲਾਗੂ ਹੋਇਆ ਸੀ ਪੰਚਾਇਤੀ ਰਾਜ ਇਹਨਾਂ ਰਾਜਾਂ ਦੇ ਵਿੱਚ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼। ਪ੍ਰਸ਼ਨ ਨੰਬਰ 25, ਸੰਸਦ ਦੇ 2 ਸੈਸ਼ਨਾਂ ਦੇ ਵਿਚਕਾਰ ਵੱਧ ਤੋਂ ਵੱਧ ਕਿੰਨਾ ਸਮਾਂ ਹੋ ਸਕਦਾ ਹੈ? 6 ਮਹੀਨੇ ਦਾ ਵੱਧ ਤੋਂ ਵੱਧ ਸਮਾਂ ਹੋ ਸਕਦਾ ਜੀ ਜਿਹੜੇ ਸੈਸ਼ਨ ਹੁੰਦੇ ਨੇ ਸੰਸਦ ਦੇ। ਸ਼ਕਤੀ ਸਥਲ ਕਿਸ ਦੀ ਸਮਾਧੀ ਹੈ? ਸੋ ਇੰਦਰਾ ਗਾਂਧੀ ਦੀ ਹੈ ਜੀ ਸਮਾਧੀ। ਰਾਜਘਾਟ ਹੈ ਜਿਹੜਾ ਉਹ ਮਹਾਤਮਾ ਗਾਂਧੀ ਦੀ ਸਮਾਧੀ ਹੈ ਜੀ, ਰਾਜਘਾਟ। ਗਾਂਧੀ ਦੀ ਜਿਹੜੀ ਸਮਾਧੀ ਹੈ ਉਹਨੂੰ ਰਾਜਘਾਟ ਕਹਿੰਦੇ ਨੇ, ਜਿਹੜਾ ਸ਼ਕਤੀ ਸਥਲ ਹੈ ਉਹਨੂੰ ਇੰਦਰਾ ਗਾਂਧੀ ਦੀ ਜਿਹੜੀ ਸਮਾਧੀ ਹੈ ਜੀ। ਕਰਤੱਵਾਂ ਨੂੰ ਕਿਹੜੀ ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ? ਸੋ ਇਹ 42ਵੀਂ ਸੰਵਿਧਾਨਕ ਸੋਧ ਸੀ ਜੀ, 1976 ਦੇ ਵਿੱਚ ਹੋਈ ਸੀ। ਇਹਨੂੰ ਸੰਵਿਧਾਨ ਦਾ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ, ਇਸ ਸੋਧ ਨੂੰ ਮਿੰਨੀ ਸੰਵਿਧਾਨ ਵੀ ਕਹਿੰਦੇ ਨੇ। 76ਵੀਂ ਜਿਹੜੀ 42ਵੀਂ ਸੋਧ ਸੀਗੀ ਇਸ ਨੂੰ ਕਹਿੰਦੇ ਨੇ ਜੀ ਮਿੰਨੀ ਸੰਵਿਧਾਨ। ਪ੍ਰਸ਼ਨ ਨੰਬਰ 28, ਕੇਂਦਰੀ ਹਿੰਦੀ ਸੰਮਤੀ ਦਾ ਚੇਅਰਮੈਨ ਕੌਣ ਹੁੰਦਾ ਜੀ? ਇਹ ਹੁੰਦਾ ਪ੍ਰਧਾਨ ਮੰਤਰੀ ਜੀ, ਕੇਂਦਰੀ ਹਿੰਦੀ ਸੰਮਤੀ ਦਾ ਚੇਅਰਮੈਨ। ਪ੍ਰਸ਼ਨ ਨੰਬਰ 29, ਸਥਾਨਕ ਸਰਕਾਰ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਜੀ? ਇਹ ਗ੍ਰਾਮ ਪੰਚਾਇਤ ਹੈ ਜੀ, ਸਥਾਨਕ ਸਰਕਾਰਾਂ ਦੀ ਸਭ ਤੋਂ ਛੋਟੀ ਇਕਾਈ। ਪ੍ਰਸ਼ਨ ਨੰਬਰ 30, ਰਾਜ ਪੁਨਰਗਠਨ ਕਦੋਂ ਪਾਸ ਕੀਤਾ ਗਿਆ? ਇਹ ਪਾਸ ਕੀਤਾ ਗਿਆ ਸੀ ਜੀ 1956 ਦੇ ਵਿੱਚ। ਇਸ ਦੇ ਅਧੀਨ ਭਾਸ਼ਾ ਦੇ ਆਧਾਰ 'ਤੇ ਜਿਹੜਾ ਪਹਿਲਾ ਰਾਜ ਬਣਿਆ ਸੀਗਾ ਜੀ ਉਹ ਬਣਿਆ ਸੀ ਜੀ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਪਹਿਲਾ ਰਾਜ ਬਣਿਆ ਸੀ। ਪ੍ਰਸ਼ਨ ਨੰਬਰ 31 ਦੇਖਦੇ ਹਾਂ ਦੋਸਤੋ, ਭਾਰਤ ਦੀਆਂ 3 ਸੈਨਾਵਾਂ ਦਾ ਮੁਖੀ ਕੌਣ ਹੁੰਦਾ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਰਾਸ਼ਟਰਪਤੀ 3 ਸੈਨਾਵਾਂ ਦਾ ਮੁਖੀ ਹੁੰਦਾ ਹੈ। ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੁੰਦੀ ਹੈ ਜੀ? 65 ਸਾਲ ਹੁੰਦੀ ਹੈਗੀ। ਸੁਪਰੀਮ ਕੋਰਟ ਦਾ ਜੱਜ ਹੈ ਜਿਹੜਾ ਉਹ ਸੇਵਾ ਮੁਕਤ 65 ਸਾਲ ਦੀ ਉਮਰ 'ਚ ਜਾ ਕੇ ਹੁੰਦਾ। 33 ਨੰਬਰ ਪ੍ਰਸ਼ਨ ਦੇਖਦੇ ਹਾਂ, ਸੂਚਨਾ ਅਧਿਕਾਰ ਕਾਨੂੰਨ ਕਦੋਂ ਪਾਸ ਕੀਤਾ ਗਿਆ? RTI ਐਕਟ ਹੈ ਜਿਹੜਾ ਉਹ 2005 ਦੇ ਵਿੱਚ ਪਾਸ ਕੀਤਾ ਗਿਆ ਜੀ। ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਮੁਖੀ ਕੌਣ ਹੁੰਦਾ ਹੈ? ਲੈਫਟੀਨੈਂਟ ਗਵਰਨਰ ਹੁੰਦਾ ਹੈ ਜੀ, ਜਿਹਨੂੰ LGI ਕਹਿੰਦੇ ਆ। ਰਾਸ਼ਟਰਪਤੀ ਖਿਲਾਫ ਮਹਾਦੋਸ਼ ਦੀ ਕਾਰਵਾਈ ਕਿਹੜੇ ਸਦਨ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ? ਇਹ ਦੋਨਾਂ ਸਦਨਾਂ ਦੇ ਵਿੱਚੋਂ ਕਿਸੇ 'ਚ ਵੀ ਸ਼ੁਰੂ ਕੀਤੀ ਜਾ ਸਕਦੀ ਹੈ ਜੀ। ਮਹਾਦੋਸ਼ ਦੀ ਜਿਹੜੀ ਰਾਸ਼ਟਰਪਤੀ ਦੇ ਖਿਲਾਫ ਕਾਰਵਾਈ ਸ਼ੁਰੂ ਹੁੰਦੀ ਹੈ, ਰਾਜ ਸਭਾ ਅਤੇ ਲੋਕ ਸਭਾ ਦੋਨਾਂ 'ਚੋਂ ਕਿਸੇ ਸਦਨ ਵਿੱਚ ਵੀ ਸ਼ੁਰੂ ਹੋ ਸਕਦੀ ਹੈ। ਪ੍ਰਸ਼ਨ ਨੰਬਰ 36,
ਕਿਹੜੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਆਪਣੀ ਉੱਚ ਅਦਾਲਤ ਹੈ ਜੀ? ਇਹ ਹੈ ਦਿੱਲੀ ਦੀ। ਦਿੱਲੀ ਅਜਿਹਾ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜਿਹਦੀ ਆਪਦੀ ਉੱਚ ਅਦਾਲਤ ਹੈਗੀ ਆਪਣੀ। ਲੋਕ ਸਭਾ ਦੀ ਪਹਿਲੀ ਇਸਤਰੀ ਸਪੀਕਰ ਕੌਣ ਸੀ? ਇਹ ਸੀ ਜੀ ਮੀਰਾ ਕੁਮਾਰੀ। ਮੀਰਾ ਕੁਮਾਰੀ 1925 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਬਣੀ ਸੀ ਜੀ। ਇਹ ਪਹਿਲੀ ਭਾਰਤੀ ਮਹਿਲਾ ਸੀਗੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ 1925 'ਚ ਪ੍ਰਧਾਨ ਬਣੀ ਸੀ। 1916 ਦੇ ਵਿੱਚ ਬਣੀ ਸੀ ਜੀ ਐਨੀ ਬੇਸੰਟ। ਇਹ ਪਹਿਲੀ ਔਰਤ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਬਣਨ ਵਾਲੀ। ਸੋ ਜੇ ਭਾਰਤ ਦੀ ਪੁੱਛਿਆ ਜਾਵੇ ਪਹਿਲੀ ਔਰਤ, ਉਹ ਸੀਗੀ ਜੀ ਮੀਰਾ ਕੁਮਾਰੀ। ਲੋਕ ਸਭਾ ਦੀ ਪਹਿਲੀ ਇਸਤਰੀ ਸਪੀਕਰ ਉਹ ਮੀਰਾ ਕੁਮਾਰੀ ਸੀ। ਭਾਸ਼ਾ ਦੇ ਆਧਾਰ 'ਤੇ ਨਿਰਮਿਤ ਕੀਤਾ ਗਿਆ ਪਹਿਲਾ ਰਾਜ ਕਿਹੜਾ ਹੈ? ਸੋ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ, ਆਂਧਰਾ ਪ੍ਰਦੇਸ਼ 1956 ਦੇ ਵਿੱਚ। 1956 ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਜਦੋਂ ਰਾਜਾਂ ਦੀ ਵੰਡ ਹੋਈ ਸੀ ਜੀ, ਪਹਿਲਾ ਜਿਹੜਾ ਰਾਜ ਸੀ ਉਹ ਆਂਧਰਾ ਪ੍ਰਦੇਸ਼ ਬਣਿਆ ਸੀ। ਜੇਕਰ ਪੰਜਾਬ ਨੂੰ ਪੁੱਛ ਲਿਆ ਜਾਵੇ ਵੀ ਭਾਸ਼ਾ ਦੇ ਆਧਾਰ 'ਤੇ ਜਦੋਂ ਪੰਜਾਬ ਦੀ ਵੰਡ ਹੋਈ ਸੀ ਜੀ, ਇਹ 1 ਨਵੰਬਰ ਨੂੰ ਹੋਈ ਸੀ। 1 ਨਵੰਬਰ 1966 ਨੂੰ ਹੋਈ ਸੀ। ਹਰਿਆਣਾ, ਹਿਮਾਚਲ ਤੇ ਪੰਜਾਬ ਅਲੱਗ-ਅਲੱਗ ਹੋਏ ਸੀ ਪੰਜਾਬ ਦੇ ਵਿੱਚੋਂ। ਭਾਰਤੀ ਸੰਵਿਧਾਨ ਨੂੰ ਕਿੰਨੇ ਵਾਰ ਸੋਧਿਆ ਜਾ ਚੁੱਕਿਆ ਜੀ? ਜਿਹੜਾ ਭਾਰਤੀ ਸੰਵਿਧਾਨ ਹੈ ਇਹਦੇ ਵਿੱਚ 104 ਵਾਰ ਸੋਧਾਂ ਹੋ ਚੁੱਕੀਆਂ ਨੇ ਜੀ। ਪਾਕਿਸਤਾਨ ਲਈ ਵੱਖਰੀ ਸੰਵਿਧਾਨਕ ਸਭਾ ਕਦੋਂ ਬਣਾਈ ਗਈ? 3 ਜੂਨ 1947 ਨੂੰ ਪਾਕਿਸਤਾਨ ਲਈ ਵੱਖਰੀ ਸੰਵਿਧਾਨਕ ਸਭਾ ਬਣਾਈ ਗਈ ਸੀ ਜੀ। ਭਾਰਤ ਦਾ ਪਹਿਲਾ ਨਗਰ ਨਿਗਮ ਕਿੱਥੇ ਸਥਾਪਿਤ ਕੀਤਾ ਗਿਆ? ਇਹ ਮਦਰਾਸ ਦੇ ਵਿੱਚ ਕੀਤਾ ਗਿਆ ਸੀ ਜੀ। ਪਹਿਲਾ ਨਗਰ ਨਿਗਮ ਸਥਾਪਿਤ ਭਾਰਤ ਦੇ ਵਿੱਚ। ਭਾਰਤੀ ਆਰਥਿਕ ਸੁਧਾਰਾਂ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਜੀ ਡਾਕਟਰ ਮਨਮੋਹਨ ਸਿੰਘ ਨੂੰ, ਜੋ ਕਿ ਆਰਥਿਕ ਨਵੀਆਂ ਨੀਤੀਆਂ ਲੈ ਕੇ ਆਏ ਸੀ, ਜਿਨ੍ਹਾਂ ਨੂੰ 91-92 ਦੀਆਂ ਆਰਥਿਕ ਨੀਤੀਆਂ ਕਿਹਾ ਜਾਂਦਾ ਹੈ। ਸੋ ਇਹ ਡਾਕਟਰ ਮਨਮੋਹਨ ਸਿੰਘ ਜੀ ਜਦੋਂ ਵਿੱਤ ਮੰਤਰੀ ਸੀ ਕਾਂਗਰਸ ਸਰਕਾਰ ਦੇ, ਉਹ ਲੈ ਕੇ ਆਏ ਸੀ ਜੀ ਉਦੋਂ। ਕੌਣ ਫੈਸਲਾ ਕਰਦਾ ਹੈ ਕਿ ਕੋਈ ਬਿੱਲ ਧਨ ਬਿੱਲ ਹੈ ਕਿ ਨਹੀਂ? ਸੋ ਜਦੋਂ ਕੋਈ ਵੀ ਬਿੱਲ ਨੂੰ ਇਹ ਦੱਸਣਾ ਹੋਵੇ ਵੀ ਇਹ ਧਨ ਬਿੱਲ ਹੈ ਜਾਂ ਨਹੀਂ, ਤਾਂ ਇਹ ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ ਜੀ। ਆਰਟੀਕਲ 110 ਦੇ ਅਨੁਸਾਰ ਧਨ ਬਿੱਲ ਬਾਰੇ ਇਹ ਆਰਟੀਕਲ ਹੈ ਜਿਹੜਾ 110 ਹੈ, ਇਹਦਾ ਫੈਸਲਾ ਲੋਕ ਸਭਾ ਦਾ ਸਪੀਕਰ ਕਰਦਾ। ਭਾਰਤ ਦਾ ਸੰਵਿਧਾਨ ਕਿਸ ਦੁਆਰਾ ਸਵੀਕਾਰ ਕੀਤਾ ਗਿਆ? ਸੰਵਿਧਾਨ ਸਭਾ ਦੁਆਰਾ ਸਵੀਕਾਰ ਕੀਤਾ ਗਿਆ ਸੀ ਜੀ ਇਹ। ਖਾਲੜਾ ਕਮੇਟੀ ਅੱਗੇ ਪ੍ਰਸਤਾਵਨਾ ਦੀ ਸਿਫਾਰਿਸ਼ ਕਿਸ ਨੇ ਕੀਤੀ? ਸੋ ਇਹ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ ਜੀ ਪ੍ਰਸਤਾਵਨਾ ਦੀ ਸਿਫਾਰਿਸ਼। ਰਾਜ ਸਭਾ ਦਾ ਨਿਰਮਾਣ ਕਦੋਂ ਕੀਤਾ ਗਿਆ? ਸੋ 1952 ਦੇ ਵਿੱਚ ਰਾਜ ਸਭਾ ਦਾ ਨਿਰਮਾਣ ਕੀਤਾ ਗਿਆ ਜੀ। ਪੰਜਾਬ ਦੇ ਵਿੱਚ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹ 7 ਚੁਣੇ ਜਾਂਦੇ ਨੇ ਪੰਜਾਬ ਦੇ ਵਿੱਚੋਂ। ਸੰਵਿਧਾਨ ਸਭਾ ਦੀ ਮੰਗ ਕਾਂਗਰਸ ਦੇ ਕਿਹੜੇ ਸੈਸ਼ਨ ਵਿੱਚ ਕੀਤੀ ਗਈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ। ਲਖਨਊ ਦਾ ਸੈਸ਼ਨ ਸੀਗਾ 1936 ਦੇ ਵਿੱਚ ਹੋਇਆ। ਸੰਵਿਧਾਨ ਸਭਾ ਦੀ ਮੰਗ ਕੀਤੀ ਸੀ ਉਹਨਾਂ ਨੇ। ਜੇ 1922 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਸੰਵਿਧਾਨ ਦੀ ਮੰਗ ਕੀਤੀ ਸੀ ਜੀ। ਸੰਵਿਧਾਨ ਸਭਾ ਦਾ ਪਹਿਲਾ ਇਜਲਾਸ ਕਿੱਥੇ ਹੋਇਆ? ਇਹ ਨਵੀਂ ਦਿੱਲੀ ਦੇ ਵਿੱਚ ਹੋਇਆ ਸੀ ਸੰਵਿਧਾਨ ਸਭਾ ਦਾ ਪਹਿਲਾ ਇਜਲਾਸ। ਅਗਲਾ ਪ੍ਰਸ਼ਨ ਦੇਖਦੇ ਹਾਂ, ਪ੍ਰਸ਼ਨ ਨੰਬਰ 49। ਆਜ਼ਾਦ ਭਾਰਤ ਦਾ ਪਹਿਲਾ ਵਿਦੇਸ਼ ਮੰਤਰੀ ਕੌਣ ਸੀ ਜੀ? ਇਹ ਸੀ ਜੀ ਜਵਾਹਰ ਲਾਲ ਨਹਿਰੂ। ਸੋ ਜਿਹੜੀ ਆਜ਼ਾਦ ਭਾਰਤ ਦੀ ਪਹਿਲੀ ਕੈਬਨਿਟ ਸੀ ਜੀ, ਪਹਿਲੀ ਕੈਬਨਿਟ ਦੇ ਵਿੱਚ ਇੱਕ ਔਰਤ ਸੀਗੀ, ਅੰਮ੍ਰਿਤਾ ਕੌਰ। ਇਹ ਯਾਦ ਰੱਖਣਾ ਸਾਰਿਆਂ ਨੇ, ਅੰਮ੍ਰਿਤਾ ਸੀਗੀ ਉਹ। ਅੰਮ੍ਰਿਤ ਕੌਰ ਵੀ ਕਹਿੰਦੇ ਆ, ਅੰਮ੍ਰਿਤਾ ਵੀ ਕਹਿੰਦੇ ਆ। ਇਹ ਆਜ਼ਾਦ ਭਾਰਤ ਦੀ ਪਹਿਲੀ ਕੈਬਨਿਟ ਦੇ ਵਿੱਚ ਇੱਕ ਪਹਿਲੀ ਔਰਤ ਸੀ। ਪ੍ਰਸ਼ਨ ਨੰਬਰ 50। ਸੰਵਿਧਾਨ ਦੇ ਕਿਹੜੇ ਭਾਗ ਤੋਂ ਇਸ ਦੇ ਧਰਮ ਨਿਰਪੱਖ ਹੋਣ ਦਾ ਪਤਾ ਲੱਗਦਾ ਜੀ? ਪ੍ਰਸਤਾਵਨਾ ਤੋਂ ਪਤਾ ਲੱਗਦਾ ਜੀ ਸੰਵਿਧਾਨ ਦੇ ਵੀ ਇਹ ਧਰਮ ਨਿਰਪੱਖ ਸੰਵਿਧਾਨ ਹੈ, ਇਹਦਾ ਪ੍ਰਸਤਾਵਨਾ ਤੋਂ ਪਤਾ ਲੱਗਦਾ ਹੈ। ਪ੍ਰਸਤਾਵਨਾ ਵਿੱਚ ਹੁਣ ਤੱਕ 1976 ਦੇ ਵਿੱਚ ਇੱਕ ਪਹਿਲੀ ਸੋਧ ਹੋਈ ਸੀ, ਸਿਰਫ ਇੱਕ ਸੋਧ ਹੋਈ ਹੈ ਇਹਦੇ ਵਿੱਚ ਪ੍ਰਸਤਾਵਨਾ ਦੇ ਵਿੱਚ। ਜਿਹੜੀ ਸੰਵਿਧਾਨ ਦੇ ਬਾਰੇ 'ਚ ਆਪਾਂ ਬਹੁਤ ਸਾਰੇ ਅੱਜ ਪ੍ਰਸ਼ਨ ਕੀਤੇ ਨੇ, 50 ਜੀ, ਲਗਭਗ ਸਾਰੇ ਸੰਵਿਧਾਨ ਦੇ ਨਾਲ ਸੰਬੰਧਿਤ ਨੇ। ਕੁਝ ਗੱਲਾਂ ਸੰਵਿਧਾਨ ਦੇ ਬਾਰੇ ਹੋਰ ਹੈ ਵੀ ਇਹ ਸੰਵਿਧਾਨ ਦਾ ਜਿਹੜਾ ਆਪਣਾ ਖਰੜਾ ਹੈ ਸਾਰਾ ਜੀ, ਇਹ 60 ਦੇਸ਼ਾਂ ਦੇ ਸੰਵਿਧਾਨਾਂ ਤੋਂ ਪ੍ਰਾਪਤ ਕੀਤਾ ਸੀ। 60 ਦੇਸ਼ ਸੀਗੇ। 64 ਲੱਖ ਰੁਪਈਆ
ਖਰਚਾ ਆਇਆ ਸੀਗਾ ਸੰਵਿਧਾਨ ਬਣਾਉਣ ਲਈ। ਸੋ ਇਹਦੇ ਸੰਵਿਧਾਨ ਦੇ ਜੀ ਸੰਵਿਧਾਨ ਸਭਾ ਦੇ ਜਿਹੜੇ ਸੰਵਿਧਾਨ ਬਣਾਉਣ ਲਈ ਸੈਸ਼ਨ ਸੀ ਉਹ 11 ਸੀਗੇ, ਕੁੱਲ 11 ਸੈਸ਼ਨ ਹੋਏ ਸੀ, ਜਿਹਦੇ ਵਿੱਚ 7ਵਾਂ ਸੈਸ਼ਨ ਸੀ ਜਿਹੜਾ ਉਹ ਸਾਰਿਆਂ ਤੋਂ ਵੱਡਾ ਸੀਗਾ। 7ਵਾਂ ਵੱਡਾ ਸੈਸ਼ਨ ਸੀ ਜੋ ਕਿ 66 ਦਿਨ ਦਾ ਸੀਗਾ ਜੀ। ਇਹ 66 ਦਿਨ ਚੱਲਿਆ ਲਗਾਤਾਰ 7ਵਾਂ ਸੈਸ਼ਨ। ਅਤੇ ਜਿਹੜਾ ਛੋਟਾ ਸੈਸ਼ਨ ਸੀ ਸਾਰਿਆਂ ਤੋਂ 6ਵਾਂ ਸੀ ਜੀ, ਉਹ 6ਵਾਂ ਛੋਟਾ ਸੈਸ਼ਨ ਸੀ ਜੋ ਕਿ 1 ਦਿਨ ਚੱਲਿਆ ਸੀਗਾ। ਸੋ ਇਹ ਸਨ ਦੋਸਤੋ 50 ਵਨ ਲਾਈਨਰ ਜੀਕੇ ਨਾਲ ਸੰਬੰਧਿਤ, ਸੰਵਿਧਾਨ ਨਾਲ ਸੰਬੰਧਿਤ ਅੱਜ ਦੇ ਪ੍ਰਸ਼ਨ। ਸੋ ਆਪਾਂ ਪੰਜਾਬ ਦੇ 50 ਪ੍ਰਸ਼ਨਾਂ ਦੇ ਨਾਲ ਨਾਲ ਹੋਰ ਪ੍ਰਸ਼ਨ ਵੀ ਕਰੇ ਨੇ, 100 ਤੋਂ ਉੱਪਰ ਇਹ ਪ੍ਰਸ਼ਨ ਹੋ ਜਾਂਦੇ ਨੇ। ਬੜੇ ਧਿਆਨ ਨਾਲ ਤੁਸੀਂ ਇਸ ਵੀਡੀਓ ਨੂੰ ਦੇਖਣਾ, ਪ੍ਰਸ਼ਨਾਂ ਨੂੰ ਸੁਣਨਾ ਗਾ। ਸੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਦੋਸਤੋ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਤੁਹਾਡੇ ਇੱਕ ਲਾਈਕ ਨਾਲ ਸਾਡਾ ਹੌਸਲਾ ਵੱਧਦਾ ਹੈ। ਸੋ ਦੋਸਤੋ ਲੈ ਕੇ ਆਵਾਂਗੇ ਅਗਲੀ ਵੀਡੀਓ, ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।